ਵਾਹਿਗੁਰੂ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਿਤਾ ਜੀਉ ਪਿੰਡ ਸਭ ਤੇਰਾ ਤੂੰ ਅੰਤਰਜਾਮੀ ਪੁਰਖ ਭਗਵਾਨ ਦਾਸਨ ਦਾਸ ਕਹਿ ਜਨ ਨਾਨਕ ਜਿਹਾ ਤੂੰ ਕਰਾਹੇ ਤਿਹਾ ਹਉ ਕਰੀ ਵਖਿਆਣ ਸੁਖ ਹੋ ਟਲ ਗੁਰ ਸੇਵੀਐ ਅਹਨਿ ਸਹਿਜ ਸੁਭਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮ ਦੀ ਨੂਰ ਅਰਸ਼ੋਂ ਕੁਰਸੋਂ ਚਟਿਐ ਤੁਧ ਡਿਠੇ ਸੱਚੇ ਪਾਤਸ਼ਾਹ ਮਾਡ ਜਨਮ ਜਨਮ ਦੇ ਕੱਟਿਐ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾ ਵਾਹਿਗੁਰੂ ਸਾਹਿਬ ਜੀ ਜੈਤ ਸ੍ਰੀ ਮਹਲਾ ਪੰਜਵਾ ਕੋਈ ਜਨ ਹਰਿ ਸਿਉ ਦੇਵੈ ਜੋਰ ਚਰਨ ਗਹੁ ਬਕੁ ਸ਼ੁਭ ਰਸਨਾ ਤੀਜੈ ਪ੍ਰਾਣ ਅਕੂਰ ਕੋਈ ਜਨ ਹਰਿ ਸਿਉ ਦੇਵੈ ਜੋਰ ਚਰਨ ਗਹੁ ਬਕੁ ਸ਼ੁਭ ਰਸਨਾ ਤੀਜੈ ਪ੍ਰਾਣ ਅਕੂਰ ਰਹਾਉ ਮਨ ਤਨ ਨਿਰਮਲ ਕਰਤ ਗਿਆਰੋ ਹਰਿ ਸਿੰਚੈ ਸੁਦਾ ਸੰਜੋਰ ਯਾ ਰਸ ਮਹਿ ਮਗਨ ਹੋਤ ਕਿਰਪਾ ਤੇ ਮਹਾ ਵਿਖਿਆਤ ਤੂਰ ਆਇਓ ਸ਼ਰਨ ਦੇਣ ਦੁਖ ਭੰਜਨ ਚਿਤਵਾ ਤੁਮਰੇ ਯਾਰ ਆਪੈ ਪਦ ਤਾਨ ਸਿਮਰਨ ਸੁਆਮੀ ਕੋ ਪ੍ਰਭ ਨਾਨਕ ਬੰਧਨ ਛੋਰ ਆਇਓ ਸ਼ਰਨ ਦੇਣ ਦੁਖ ਭੰਜਨ ਚਿਤਵਾ ਤੁਮਰੇ ਔਰ ਆਪੈ ਪਦ ਦਾਨ ਸਿਮਰਨ ਸੁਆਮੀ ਕੋ ਪ੍ਰਭ ਨਾਨਕ ਬੰਧਨ ਛੋਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ
ਚਬਰ ਛਤ ਤਖਤ ਮਾਲਕ ਹਾਜ਼ਰਾ ਹਜੂਰ, ਜਾਹਰਾ ਜਹੂਰ ਸ਼ਬਦ ਗੁਰੂ, ਜੁਗੋਂ ਜੋਗਾ ਟਲ ਸਤਿਗੁਰੂ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗੀ ਜਨੋ, ਆਪ ਜੀ ਵੱਡੇ ਭਾਗਾਂ ਵਾਲੇ ਹੋ ਜੋ ਸਤਿਕਾਰਯੋਗ ਧੰਨ ਮਾਤਾ ਰਾਜਕੌਰ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਅੰਮ੍ਰਿਤ ਵੇਲੇ ਤੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਆਓ ਰੋਜ਼ਾਨਾ ਦੀ ਤਰ੍ਹਾਂ ਸਤਿਗੁਰੂ ਦੇ ਬਖਸ਼ਿਸ਼ ਕੀਤੇ ਹੋਏ ਪਾਵਨ ਹੁਕਮ ਦੇ ਵਿਚਾਰ ਦੇ ਨਾਲ ਸਾਂਝ ਪਾਉਣ ਤੋਂ ਪਹਿਲਾਂ ਅਸੀਸ ਬਖਸ਼ਿਸ਼ ਕਰੋ ਜੀ। ਰਸਨਾ ਨੂੰ ਕਰੋ ਪਵਿੱਤਰ, ਜਿਤਨੇ ਵੀ ਜੁੜ ਬੈਠੇ ਵੱਲੋਂ ਆਓ ਹਾਜ਼ਰੀ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੈਤ ਸ੍ਰੀ ਮਹਲਾ ਪੰਜਵਾ। ਕੋਈ ਜਨ ਹਰਿ ਸਿਉ ਦੇਵੈ ਜੋਰ, ਜੈਤ ਸ੍ਰੀ ਰਾਗ ਦੇ ਵਿੱਚ ਪੰਚਮ ਪਾਤਸ਼ਾਹ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਵਨ ਬਚਨ ਅੰਗ ਨੰਬਰ 701 ਅਤੇ 702 ਦੇ ਉੱਤੇ ਸੁਭਾਈਮਾਨ ਨੇ। ਧੰਨ ਗੁਰੂ ਅਰਜਨ ਦੇਵ ਜੀ ਨੇ ਅੱਜ ਬਖਸ਼ਿਸ਼ ਕੀਤੀ ਹੈ। 3 ਪਦੇ ਨੇ, 2 ਪਦੇ ਔਰ ਤੀਸਰਾ ਪਦਾ ਜਿਹੜਾ ਰਹਾਉ ਦੀਆਂ ਪੰਕਤੀਆਂ ਨੇ। ਰਹਾਉ ਦੀਆਂ ਪੰਕਤੀਆਂ ਇਸ ਪਾਵਨ ਸ਼ਬਦ ਦਾ ਕੇਂਦਰੀ ਭਾਵ ਹੈ। ਅੰਗ ਨੰਬਰ 701 ਤੋਂ ਲੈ ਕੇ ਅੱਗੇ 702 ਤੇ ਸਮਾਪਤੀ ਹੈ। ਔਰ ਸਤਿਗੁਰੂ ਜੀ ਨੇ ਜੋ ਬਖਸ਼ਿਸ਼ ਕੀਤੀ ਵਿਚਾਰ ਭਾਵੇਂ ਇਹ ਸ਼ਬਦ ਦੀ ਆਪਾਂ ਕਈ ਵਾਰੀ ਕੀਤੀ ਹੈ, ਪਰ ਅੱਜ ਜਦੋਂ ਹੋਰ ਵਿਚਾਰ ਕੀਤੀ ਕਿ ਗੁਰੂ ਸਾਹਿਬ ਨੇ ਜਿਹੜਾ ਪਾਵਨ ਸ਼ਬਦ ਵਰਤਿਆ ਹੈ, ਕੋਈ ਜਨ ਹਰਿ ਸਿਉ ਦੇਵੈ ਜੋਰ, ਕਿ ਇਹ ਗੁਰੂ ਸਾਹਿਬ ਜੀ ਨੇ ਕਿਸੇ ਦੇ ਵਾਸਤੇ ਵਰਤਿਆ ਵੀ ਕੋਈ ਹੋਵੇ ਜਿਹੜਾ ਪਰਮਾਤਮਾ ਨਾਲ ਜੋੜ ਦੇਵੇ। ਪਰ ਜਦੋਂ ਇਹਦੇ ਭਾਵ ਅਰਥ ਸਮਝਣ ਦੀ ਯਤਨ ਕੀਤਾ ਤੇ ਸਮਝ ਇਹ ਲੱਗੇ ਕਿ ਗੁਰੂ ਸਾਹਿਬ ਜੀ ਨੇ ਅਸਲ ਵਿੱਚ ਇਹ ਪਾਵਨ ਵਚਨ ਕਿਹਾ ਹੈ ਕਿ ਇਹ ਦੁਨੀਆ ਦੇ ਵਿੱਚ ਆਮ ਜੀ ਜਿਵੇਂ ਕਹਾਵਤ ਹੁੰਦੀ ਹੈ ਨਾ, ਇਹ ਆਮ ਜਿਹੀ ਇੱਕ ਗੱਲ ਬਣ ਗਈ ਕਿ ਹਰ ਕੋਈ ਕਹਿ ਦਿੰਦਾ ਹੈ ਕਿ ਕੋਈ ਰੱਬ ਦੇ ਨਾਲ ਮਿਲਾਪ ਹੋਵੇ, ਔਰ ਇਹਦਾ ਬਹੁਤ ਸਾਰੇ ਨੇ ਨਜਾਇਜ਼ ਫਾਇਦਾ ਵੀ ਉਠਾਇਆ ਕਿ ਗੁਰੂ ਸਾਹਿਬ ਜੀ ਨੇ ਸ਼ਬਦ ਸ਼ਾਇਦ ਸਾਡੇ ਵਾਸਤੇ ਵਰਤੇ ਨੇ। ਕਈ ਵਾਰੀ ਵਿਚਾਰ ਵੀ ਕੀਤੀ ਕਿ ਕੋਈ ਜਨ ਸ਼ਾਇਦ ਬਾਬਾ ਕਬੀਰ ਜੀ ਨੂੰ ਕਿਹਾ ਹੈ, ਕਿ ਸ਼ਾਇਦ ਬਾਬਾ ਫਰੀਦ ਜੀ ਨੂੰ ਕਿਹਾ ਹੈ, ਕਿ ਕੋਈ ਜਨ ਭਾਵੇਂ ਕੋਈ ਵੀ ਰੱਬ ਦੀ ਗੱਲ ਕਰਨ ਵਾਲਾ ਹੋਵੇ, ਪਰ ਹਕੀਕਤ ਇਹ ਹੈ ਗੁਰੂ ਸਾਹਿਬ ਨੇ ਅੱਜ ਜੋ ਸਮਝ ਬਖਸ਼ੀ ਕਿ ਇਹ ਆਮ ਜਿਹੀ ਕਹਾਵਤ ਸੀ, ਆਮ ਜਿਹੀ ਗੱਲ ਬਣੀ ਹੋਈ ਸੀ। ਤੇ ਜਦੋਂ ਆਮ ਜਿਹੀ ਗੱਲ ਬਣ ਜੇ ਨਾ, ਫਿਰ ਬੰਦਾ ਉਹਦੇ ਵੱਲੇ ਧਿਆਨ ਦਿੰਦਾ ਨਹੀਂ। ਪੂਰੇ ਪੰਕਤੀਆਂ ਵੀ ਗੁਰੂ ਸਾਹਿਬ ਜੀ ਨੇ ਫਿਰ ਰਹਾਉ ਵਾਲੀਆਂ ਲਈਆਂ। ਰਹਾਉ ਦਾ ਅਰਥ ਵੀ ਅਖਰੀ ਅਰਥ ਠਹਿਰਨਾ, ਠਹਿਰਾਓ, ਤੇ ਭਾਵ ਅਰਥ ਕੇਂਦਰੀ ਭਾਵ ਹੈ ਕਿ ਭਾਈ ਇਹਨਾਂ ਪੰਕਤੀਆਂ ਦੇ ਰੁਕ ਕੇ ਵਿਚਾਰ ਕਰੋ। ਇਹ ਤੇ ਆਮ ਕਿਹਾ ਜਾਂਦਾ ਨਾ, ਆਮ ਕਹਾਵਤ ਹੈ, ਕੋਈ ਜਨ ਹਰਿ ਸਿਉ ਦੇਵੈ ਜੋਰ, ਪਰ ਹੁਣ ਕੋਈ ਕੌਣ ਜੋੜੇ ਜੀ? ਰੱਬ ਕਿੱਥੇ ਹੈ? ਅਸੀਂ ਮੰਨਣੇ ਨਹੀਂ ਕਿ ਰੱਬ ਸਾਡੇ ਅੰਦਰ ਹੈ, ਤੇ ਸਾਡੇ ਅੰਦਰ ਆ ਕੇ ਕੋਈ ਹੋਰ ਕਿਵੇਂ ਜੋੜ ਦੇ? ਹਕੀਕਤ ਵੀ ਇਹ ਰੱਬ ਹੈ, ਅੰਦਰ ਹੈ। ਤੇ ਜੇ ਅੰਦਰ ਹੀ ਹੈ ਤੇ ਅੰਦਰੋਂ ਗਵਾਚਿਆ ਕਿਉਂ ਹੈ? ਤੇ ਬੰਦਾ ਅਸਲ ਵਿੱਚ ਮੰਗਦਾ ਤੂੰ ਕੁਛ ਨਾ ਜੋ ਕੁਛ ਕੋਲ ਨਹੀਂ। ਇਹਦਾ ਮਤਲਬ ਰੱਬ ਨਾਲੋਂ ਵਿਛੜਿਆ ਵੀ ਹੋਇਆ ਹੈ, ਵਿਛੋੜਾ ਵੀ ਹੈ। ਤੇ ਜੇ ਅਹਿਸਾਸ ਇਸ ਗੱਲ ਦਾ ਹੋ ਗਿਆ ਕਿ ਵਿਛੋੜਾ ਹੈ, ਤੇ ਫਿਰ ਰੱਬ ਵਿਛੜਿਆ ਕਿਉਂ ਹੈ? ਕਿਉਂਕਿ ਰੱਬ ਪਰਮੇਸ਼ਰ ਦਾ ਨਾਮ, ਦੂਸਰਾ ਨਾਮ ਕਹੀਏ ਤੇ ਅਹਿਸਾਸ ਹੀ ਹੈ।
ਹੁਣ ਗੁਰੂ ਸਾਹਿਬ ਨੇ ਅੱਜ ਜਿਹੜੇ ਪਾਵਨ ਬਚਨ ਕਹੇ, ਇੱਕ ਤਾਂ ਸਾਨੂੰ ਇਹ ਗੱਲ ਸਮਝਾਈ ਕਿ ਪੇ ਤੈਨੂੰ ਕਿਸੇ ਨੇ ਨਹੀਂ ਬੁਲਾਉਣਾ ਤੇ ਕਿਸੇ ਦੇ ਕੋਲ ਲੱਭਣ ਵਾਸਤੇ ਜਾਈ ਵੀ ਨਾ, ਕਿਸੇ ਦੇ ਕਹਿਣ 'ਚ ਜੰਗਲਾਂ 'ਚ ਵੀ ਨਾ ਭਟਕਦਾ ਫਿਰੀ। ਕਿਉਂ ਜੀ? ਕਿਉਂਕਿ ਸਤਿਗੁਰੂ ਜੀ ਕਹਿੰਦੇ ਨੇ, ਗੁਰੂ ਤੇਗ ਬਹਾਦਰ ਮਹਾਰਾਜ ਜੀ, ਵੀ ਰੱਬ ਤੇ ਤੇਰੇ ਅੰਦਰ ਹੈ, ਤੈਨੂੰ ਆਪ ਹੀ ਲੱਭਣਾ ਪੈਣਾ ਹੈ। ਪਰ ਹਾਂ, ਉਹ ਲੱਭਣ ਦੇ ਅੱਗੇ ਤਰੀਕੇ ਗੁਰੂ ਸਾਹਿਬ ਨੇ 2 ਪਦਿਆਂ 'ਚ ਦੱਸੇ। ਸਤਿਗੁਰੂ ਦਾ ਪਾਵਨ ਬਚਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਕਿ ਜੇ ਰੱਬ ਅੰਦਰ ਹੈ ਤੇ ਸਤਿਗੁਰੂ ਜੀ ਨਜ਼ਰ ਕਿਉਂ ਨਹੀਂ ਆਉਂਦਾ? ਉੱਥੇ ਸਤਿਗੁਰੂ ਜੀ ਨੇ ਫਿਰ ਉਦਾਹਰਨਾਂ ਦਿੱਤੀਆਂ। ਕਹਿੰਦਾ ਵੀ ਫੁੱਲ ਵੇਖਦੇ ਹੋ ਕਿ ਸਤਿਗੁਰੂ ਜੀ ਫੁੱਲ ਵੇਖਦੇ ਆ, ਫੁੱਲ ਦੇ ਵਿੱਚ ਸੁਗੰਧ ਹੈ, ਸਤਿਗੁਰੂ ਜੀ ਬਿਲਕੁਲ ਸੁਗੰਧ ਹੈ, ਤੇ ਬਈ ਸੁਗੰਧ ਨਜ਼ਰ ਆਉਂਦੀ ਕਿਉਂ? ਬਸ ਰੱਬ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਇਸੇ ਤਰ੍ਹਾਂ ਦਾ ਇੱਕ ਅਹਿਸਾਸ ਹੈ। ਜਿਵੇਂ ਫੁੱਲ ਦੇ ਵਿੱਚ ਸੁਗੰਧ ਹੈ, ਇਵੇਂ ਰੱਬ ਤੇਰੇ ਅੰਦਰ ਹੈ, ਬਸ ਉਹ ਅੰਦਰੋਂ ਗਵਾਚਾ ਜ਼ਰੂਰ ਹੈ। ਰੱਬ ਹੈ ਤੇਰੇ ਅੰਦਰ ਹੈ। ਔਰ ਦੂਸਰੀ ਉਦਾਹਰਨ ਦਿੰਦੇ ਨੇ, ਜਿਵੇਂ ਸ਼ੀਸ਼ੇ ਦੇ ਵਿੱਚ ਪਰਛਾਈ ਹੈ, ਇਵੇਂ ਰੱਬ ਤੇਰੇ ਅੰਦਰ, ਬਸ ਉਹ ਸ਼ੀਸ਼ਾ ਅੱਗੇ ਕਰਨ ਦੀ ਲੋੜ ਹੈ। ਔਰ ਸੱਚੇ ਰੱਬ ਦਾ ਦੂਸਰਾ ਨਾਮ ਸੱਚ ਹੈ। ਸ਼ੀਸ਼ਾ ਬਿਲਕੁਲ ਸੱਚ ਹੈ, ਉਹ ਸ਼ੀਸ਼ੇ ਅੱਗੇ ਕਰਨ ਦੀ ਲੋੜ ਹੈ। ਸਤਿਗੁਰੂ ਜੀ ਨੇ ਪਾਵਨ ਬਚਨ ਕਹੇ, ਕਹਿੰਦੇ ਕਾਹੇ ਰੇ ਬਨ ਖੋਜਣ ਜਾਈ, ਸਰਬ ਨਿਵਾਸੀ ਸਦਾ ਅਡੇ ਭਾਵ, ਤੂੰ ਹੀ ਸੰਗ ਸਮਾਈ। ਉਹ ਸਾਰਿਆਂ ਦੇ ਵਿੱਚ ਨਿਰੰਤਰ ਰਹਿੰਦਾ, ਹਰ ਵੇਲੇ ਭਾਈ, ਸਾਰਿਆਂ ਦੇ ਵਿੱਚ ਰਹਿ ਕੇ ਵੀ ਸਭ ਤੋਂ ਨਿਰਲੇਪ ਹੈ, ਤੇਰੇ ਵਿੱਚ ਵੀ ਹੈ, ਤੂੰ ਹੀ ਸੰਗ ਸਮਾਈ। ਫਿਰ ਉਦਾਹਰਨ ਦਿੰਦੇ ਨੇ, ਪੋਹਪ ਮਦ ਜੋ ਬਾਸ ਬਸਤ ਹੈ, ਮੁਕਰ ਮਾਹੇ ਜੈਸੇ ਛਾਈ। ਕਹਿੰਦੇ ਤੈਸੇ ਹੀ ਹਰ ਬਸੇ ਨਿਰੰਤਰ, ਨਿਰੰਤਰ ਦਾ ਅਰਥ ਲਗਾਤਾਰ, ਤੇ ਲਗਾਤਾਰ ਦਾ ਹੁਣ ਅਰਥ ਜੇ ਰੱਬ ਲਗਾਤਾਰ ਹੀ ਹੈ, ਸਾਨੂੰ ਤਾਂ ਕਦੇ ਮਹਿਸੂਸ ਹੀ ਨਹੀਂ ਹੋਇਆ। ਬਾਹਰ ਤੁਰ ਪਏ ਲੱਭਣ। ਔਰ ਗੁਰੂ ਸਾਹਿਬ ਜੀ ਕਹਿੰਦੇ ਨੇ, ਭਾਈ ਬਾਹਰ ਨਹੀਂ, ਸਭ ਕੁਛ ਘਰ ਮੈਂ, ਬਾਹਰ ਨਹੀਂ, ਬਾਹਰ ਭਾਲੇ ਸੋ ਭਰਮ ਭੁਲਾਹੀ। ਹੁਣ ਗੁਰੂ ਸਾਹਿਬ ਉੱਥੇ ਕਿਰਪਾ ਕਰਕੇ ਸਮਝਾਇਆ, ਕਹਿੰਦੇ ਘਟ ਹੀ ਤੈਸੇ ਹੀ ਹਰ ਬਸੈ ਨਿਰੰਤਰ, ਘਟ ਹੀ ਖੋਜੋ ਭਾਈ। ਇੱਥੇ ਸਵਾਲ ਕੀਤਾ, ਕੋਈ ਜਨ ਹਰੀ ਸੋ ਮਿਲਾ ਦੇਵੇ, ਰੱਬ ਦੇ ਨਾਲ ਮਿਲਾ ਦੇਵੇ। ਉੱਥੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ, ਭਾਈ ਮਿਲਣਾ ਤੇ ਫਿਰ ਆਪਣੇ ਅੰਦਰੋਂ ਲੱਭ ਖੋਜ, ਘੱਟ ਹੀ ਖੋਜੋ ਭਾਈ। ਕਿਉਂਕਿ ਗੁਰੂ ਸਾਹਿਬ ਦੀ ਬਾਣੀ ਤੇ ਇੱਕੋ ਹੀ ਹੈ ਨਾ ਜੀ, ਸਿਧਾਂਤ ਇੱਕੋ ਹੀ ਹੈ। ਇੱਥੇ ਕੋਈ ਜਨ ਹਰਸੋਂ ਦੇਵੈ ਜੋਰ, ਇਹ ਗੁਰੂ ਸਾਹਿਬ ਜੀ ਕਹਿੰਦੇ ਲੋਕ ਆਮ ਜੀ ਗੱਲ ਕਰਦੇ ਸਨ ਕਿ ਕੋਈ ਮਿਲਾ ਦੇਵੇ। ਔਰ ਸਤਿਗੁਰੂ ਜੀ ਨੇ ਪਾਵਨ ਬਚਨ ਕਿਹਾ ਵੀ ਖੋਜੋ ਲੱਭ ਜਾਏਗਾ, ਮਿਲ ਜਾਏਗਾ। ਕਿਸੇ ਦੂਸਰੇ ਤੇ ਤਾਂ ਗੱਲ ਹੀ ਨਹੀਂ ਕੀਤੀ। ਔਰ ਗਵਾਚਦਾ ਕੌਣ ਹੈ ਜੀ? ਕਿੱਥੇ ਗਵਾਚਦਾ ਹੈ? ਕਿ ਜਿੱਥੇ ਬਹੁਤ ਵੱਡਾ ਇਲਾਕਾ ਹੋਵੇ ਤਾਂ ਹੋਵੇ ਬੜਾ ਸੰਘਣਾ, ਜੰਗਲ ਹੋਵੇ, ਘਣਾ ਜੰਗਲ ਹੋਵੇ, ਔਰ ਏਰੀਆ ਬਹੁਤ ਵੱਡਾ ਹੋਵੇ, ਉੱਥੇ ਫਿਰ ਆਮ ਤੌਰ ਤੇ ਮਨੁੱਖ ਗਵਾਚ ਜਾਂਦਾ ਹੈ। ਕਈ ਵਾਰੀ ਰਸਤਾ ਵੀ ਨਹੀਂ ਮਿਲਦਾ ਛੇਤੀ। ਹੁਣ ਗੁਰੂ ਸਾਹਿਬ ਜੀ ਕਹਿੰਦੇ ਨੇ, ਬਿਲਕੁਲ ਇਸੇ ਤਰ੍ਹਾਂ ਰੱਬ ਜੇ ਅੰਦਰ ਹੈ, ਸਤਿਗੁਰੂ ਦੇ ਅੰਦਰ ਕਿਹੜਾ ਜੰਗਲ ਹੈ? ਕਿਉਂਕਿ ਸਤਿਗੁਰੂ ਜੀ ਨੇ ਜਦੋਂ ਵੀ ਬਾਹਰ ਦੀਆਂ ਉਦਾਹਰਨਾਂ ਦਿੱਤੀਆਂ ਤੇ ਅਸਲ ਵਿੱਚ ਸਾਨੂੰ ਸਮਝਾਇਆ ਕਿ ਜਿਵੇਂ ਜੋ ਕੁਝ ਬਾਹਰ ਹੈ ਉਹ ਸਾਰਾ ਕੁਝ ਅੰਦਰ ਵੀ ਹੈ। ਔਰ ਇਹ ਬਚਨ ਗੁਰੂ ਸਾਹਿਬ ਨੇ ਬਾਣੀ ਦੇ ਵਿੱਚ ਕਹੇ ਕਿ ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਕੁਛ ਬ੍ਰਹਮੰਡ ਦੇ ਵਿੱਚ ਹੈ, ਪਿੰਡੇ ਤੇਰੇ ਇਸ ਸਰੀਰ ਦੇ ਵਿੱਚ ਉਹ ਸਾਰੇ ਕੁਝ ਹੈ। ਹੁਣ ਆਪਾਂ ਕਹਾਂਗੇ ਸਾਰਾ ਕੁਝ ਕਿਵੇਂ? ਬਾਹਰ ਦੇ ਰੁੱਖ ਨੇ, ਸਰੀਰ ਵਿੱਚ ਕਿਹੜੇ ਰੁੱਖ ਨੇ? ਪਰ ਉੱਥੇ ਅੰਸ਼ ਹੈ। ਰੁੱਖਾਂ ਦਾ ਭਾਵ ਅਰਥ ਹੈ ਕਿ ਹਰਿਆਲੀ, ਖੇੜਾ, ਇਹ ਤੂੰ ਆਪਣੇ ਅੰਦਰ ਲੈ ਕੇ ਆ।
ਔਰ ਗੁਰੂ ਸਾਹਿਬ ਨੇ ਤੇ ਕਿਰਪਾ ਕਰਕੇ ਗੱਲ ਮੁਕਾ ਦਿੱਤੀ ਕਿ ਜੋ ਕੁਛ ਬ੍ਰਹਿਮੰਡ ਦੇ ਵਿੱਚ ਉਹ ਸਾਰੇ ਕੁਛ ਤੇਰੇ ਅੰਦਰ ਹੈ। ਜੋ ਬ੍ਰਹਿਮੰਡੇ ਸੋਈ ਪਿੰਡੇ ਤੇ ਨਾਲ ਅੱਗੇ ਵਚਨ ਕੀਤਾ ਵੀ ਕਿਸੇ ਨੇ ਨਹੀਂ ਮਿਲਾਉਣਾ, ਜੋ ਖੋਜੈ ਸੋ ਪਾਵੈ। ਸਭ ਕੁਛ ਅੰਦਰ ਹੈ, ਜਿਹੜਾ ਖੋਜ ਕਰੇਗਾ ਉਹਨੂੰ ਮਿਲ ਜਾਏਗਾ ਭਾਈ। ਇਹ ਤੇ ਕਿਹਾ ਜਾਂਦਾ ਸੀ, ਗੁਰੂ ਸਾਹਿਬ ਨੇ ਤੇ ਕਿਰਪਾ ਕਰੇਗਾ ਜੇ ਸਮਝਾਇਆ ਹੈ ਕਿ ਆਮ ਕਿਹਾ ਜਾਂਦਾ ਸੀ ਕੋਈ ਮਿਲਾ ਦੇਵੇ ਤੇ ਮੈਂ ਉਹਦੇ ਚਰਨ ਫੜ ਲਵਾਂ। ਚਰਨ ਗਹੁ ਬਕੋ ਸ਼ੁਭ ਰਸਨਾ, ਕਿ ਮੈਂ ਉਹਦੇ ਘੁੱਟ ਕੇ ਚਰਨ ਫੜ ਲਵਾਂ, ਸ਼ੁਭ ਸ਼ੁਭ ਉਹਦੇ ਨਾਲ ਬੋਲ ਕੇ ਉਹਦਾ ਧੰਨਵਾਦ ਕਰਾਂ। ਤੀਜਾ ਪ੍ਰਾਣ ਅਕੂਰ, ਆਪਣੇ ਪ੍ਰਾਣ ਨੂੰ ਉਹਦੇ ਤੋਂ ਕੁਰਬਾਨ ਕਰ ਦਿਆਂ। ਪੂਰੇ ਸਤਿਗੁਰੂ ਜੀ ਨੇ ਪਾਵਨ ਬਚਨ ਬਾਣੀ ਦੇ ਵਿੱਚ ਕਈ ਥਾਵਾਂ ਤੇ ਕਹੇ ਨੇ। ਉਹਨਾਂ ਦਾ ਭਾਵ ਅਰਥ ਜਦੋਂ ਸਮਝਣ ਦਾ ਯਤਨ ਕਰੀਏ ਕਿ ਸਤਿਗੁਰੂ ਜੀ ਕਹਿੰਦੇ ਨੇ, ਇਹ ਆਮ ਬਾਹਰੋਂ ਗੱਲ ਕੀਤੀ ਜਾਂਦੀ ਸੀ ਕਿ ਜੇ ਕੋਈ ਮਿਲਾ ਦੇਵੇ ਤੈ ਸਾਹਿਬ ਕੇ ਬਾਤ ਜੇ ਆਖੈ, ਕਹੋ ਨਾਨਕ ਕਿਆ ਦੀਜੈ। ਕਹਿੰਦੇ ਦੇਣ ਜੋਗਾ ਜੇ ਕੁਛ ਨਾ ਹੋਵੇ ਤੇ ਜਿਹੜਾ ਰੱਬ ਦੇ ਗੱਲ ਸੁਣਾਵੇ ਆਪਣਾ ਸਿਰ ਵੱਢ ਕੇ ਉਹਦਾ ਆਸਣ ਬਣਾ ਦਈਏ। ਹੁਣ ਇਹ ਸਮਝਾਉਣ ਵਾਸਤੇ ਹੈ ਨਾ, ਸਿਰ ਵੱਢ ਕੇ ਸਿਰ ਦੇ ਉੱਤੇ ਕਿਸੇ ਨੂੰ ਥੋੜ੍ਹੀ ਬਿਠਾਇਆ ਜਾਂਦਾ ਹੈ। ਇਹਦਾ ਭਾਵ ਅਰਥ ਇਹ ਸੀ ਕਿ ਜੇ ਕੋਈ ਸਮਝਾ ਦੇਵੇ, ਗੱਲ ਦੇ ਦੇਵੇ ਤੇ ਆਪਣਾ ਸਾਰਾ ਕੁਛ ਉਹਨੂੰ ਸਮਰਪਿਤ ਕਰ ਦਈਏ। ਔਰ ਕੋਈ ਕੌਣ ਹੈ ਜੀ? ਉਹ ਕੋਈ ਧੰਨ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਹੋਰ ਕੋਈ ਹੋ ਹੀ ਨਹੀਂ ਸਕਦਾ। ਇਹ ਤੇ ਕਿਹਾ ਗਿਆ ਕਿ ਸੀਸ ਵੱਡੇ ਕਰ ਬੈਸਣ ਦੀਜੈ, ਵਿਣ ਸਿਰ ਸੇਵ ਕਰੀਜੈ। ਇਹ ਪਾਵਨ ਬਚਨ ਤਾਂ ਅਸੀਂ ਪੜ੍ਹੇ ਕਿ ਹੋ ਮਨ ਅਰਪੇ ਸਭ ਤਨ ਅਰਪੀ, ਅਰਪੇ ਸਭ ਦੇਸਾ। ਔਰ ਮਨ ਗੁਰੂ ਸਾਹਿਬ ਨੂੰ ਅਰਪਣ ਕਰਨ ਦਾ ਭਾਵ ਇਹ ਸੀ ਕਿ ਮਨ ਜੋ ਕੁਛ ਕਹਿੰਦਾ ਭਾਈ ਉਹ ਨਹੀਂ, ਗੁਰੂ ਨੂੰ ਸਮਰਪਿਤ ਕਰਦੇ। ਔਰ ਗੁਰੂ ਜੋ ਕੁਛ ਕਹਿੰਦੇ ਨੇ ਆਪਣੇ ਅੰਦਰ ਖੋਜ, ਆਪਣੇ ਅੰਦਰ ਲੱਭ। ਸਭ ਕੁਛ ਗੁਰੂ ਨੂੰ ਸਮਰਪਿਤ ਕਰਨ ਦਾ ਭਾਵ ਇਹ ਸੀ ਕਿ ਗੁਰੂ ਨੇ ਜੋ ਕੁਛ ਕਿਹਾ ਵੀ ਉਹਨੂੰ ਆਪਣਾ ਯਤਨ ਕਰ ਲੱਭਣ ਦਾ। ਹਉ ਮਨ ਅਰਪੇ ਸਭ ਤਨ ਅਰਪੇ, ਅਰਪੇ ਸਭ ਦੇਸਾ। ਹਉ ਸਿਰ ਅਰਪੇ ਤਿਸ ਮੀਤ ਪਿਆਰੇ, ਜੋ ਪ੍ਰਭ ਦੇ ਸੰਦੇਸਾ। ਹੁਣ ਗੁਰੂ ਸਾਹਿਬ ਜੀ ਕਹਿੰਦੇ ਤੇ ਕਿਹਾ ਜਾਂਦਾ ਸੀ, ਪਰ ਉਹ ਵਿਛੜਿਆ ਕਿਉਂ? ਪਹਿਲੀ ਗੱਲ ਕਿ ਵਿਛੜਿਆ ਕਿਉਂ? ਜੇ ਹੈ ਹੀ ਅੰਦਰ ਤੇ ਉਹ ਵਿਛੜਿਆ ਕਿਉਂ ਹੈ? ਔਰ ਸਤਿਗੁਰੂ ਜੀ ਨੇ ਅਗਲੇ ਪਦੇ 'ਚ ਸਮਝਾਇਆ ਹੈ ਕਿ ਅਸਲ ਵਿੱਚ ਵਿਛੋੜਾ ਉਦੋਂ ਹੁੰਦਾ ਜਦੋਂ ਕਿਤੇ ਬੀਆਬਾਨ ਜੰਗਲ ਦੇ ਵਿੱਚ ਕੋਈ ਜਾਏ। ਹੁਣ ਸਤਿਗੁਰੂ ਜੀ ਅੰਦਰ ਜੰਗਲ ਕਿਹੜਾ ਹੈ ਤੇ ਜੰਗਲ ਵਿੱਚ ਜਾ ਕੇ ਕਿਉਂ ਵਿਛੜਦਾ ਹੈ? ਬਾਹਰ ਦੇ ਉਦਾਹਰਨ ਦੇ ਕੇ ਨਾਲ ਹੀ ਅੰਦਰ ਸਮਝਾਉਂਦੇ ਨੇ। ਦੇਖੋ ਜੰਗਲ ਕਹਿੰਦੇ ਕਿਹਨੂੰ ਨੇ? ਜੰਗਲ ਉਹ ਹੈ ਨਾ ਜਿੱਥੇ ਜਿੱਥੇ ਮਰਜ਼ੀ ਬੂਟਾ ਉੱਗ ਜੇ, ਬਸ ਸਾਰੇ ਬੂਟੇ ਮਿਕਸ ਨੇ। ਵਿੱਤੀ ਚੰਦਨ ਦਾ ਬੂਟਾ ਉੱਗਿਆ ਹੋਵੇਗਾ, ਵਿੱਤੀ ਇਰੰਡ ਦਾ ਬੂਟਾ ਉੱਗ ਜਾਏਗਾ। ਉਹਨਾਂ ਬੂਟਿਆਂ ਨੂੰ ਤਰਤੀਬ ਨਹੀਂ ਦਿੱਤੀ ਜਾਂਦੀ, ਵਿੱਚੇ ਵੇਲਾਂ ਉੱਗ ਜਾਣਗੀਆਂ। ਉਹਦੇ ਵਿੱਚ ਮਾਲੀ ਕੋਈ ਨਹੀਂ ਕਿ ਬੂਟਿਆਂ ਨੂੰ ਤਰਤੀਬ ਦੇ ਕੇ ਥਾਂ ਥਾਂ ਹੀ ਲਾਵੇ। ਬਸ ਉਹੀ ਜੰਗਲ ਹੈ ਨਾ। ਤੇ ਜੇ ਉਸੇ ਜੰਗਲ ਦਾ ਵਿੱਚ ਮਾਲੀ ਆ ਜਾਏ, ਮਾਲੀ ਉਹਨਾਂ ਸਾਰੇ ਬੂਟਿਆਂ ਨੂੰ ਤਰਤੀਬ ਦੇ ਦੇ, ਫਿਰ ਉਹ ਜੰਗਲ ਜੰਗਲ ਨਹੀਂ ਰਹਿੰਦਾ, ਅਸਲ ਵਿੱਚ ਉਹ ਬਾਗ ਬਣ ਜਾਂਦਾ ਹੈ। ਤੇ ਬਾਗ ਸੋਹਣਾ ਹੋਵੇ, ਬਗੀਚੇ ਦੇ ਵਿੱਚ ਜਾ ਕੇ ਹਰ ਇੱਕ ਬੰਦੇ ਦਾ ਮਨ ਜਿਹੜਾ ਹੈ ਬਦੋ ਬਦੀ ਨੱਚ ਉੱਠਦਾ ਹੈ। ਸੋਹਣੇ ਬੁੱਢ ਬੂਟੇ ਵੇਖ ਕੇ, ਜਿੱਥੇ ਘਾਹ ਕੋਈ ਨਹੀਂ, ਜਿੱਥੇ ਵਾਧੂ ਦੀਆਂ ਵੇਲਾਂ ਕੋਈ ਨਹੀਂ, ਜਿੱਥੇ ਗੰਦਗੀ ਕੋਈ ਨਹੀਂ, ਉੱਥੇ ਜਾਵੇ ਉਹ ਥਾਂ ਨੂੰ ਵੇਖ ਕੇ ਮਨ ਝੂਮਦਾ ਹੈ, ਨੱਚਦਾ ਹੈ। ਤੇ ਜੇ ਕੋਈ ਵੇਲਾ ਹੋਣ ਥਾਂ ਥਾਈ, ਬੂਟਾ ਕੋਈ ਕਿੱਥੇ ਉੱਗਿਆ ਕੋਈ ਕਿੱਥੇ ਉੱਗਿਆ, ਉਸ ਜੰਗਲ ਵਾਲੇ ਕੋਈ ਮੂੰਹ ਨਹੀਂ ਕਰਦਾ ਕਿ ਜੰਗਲ 'ਚ ਜਾਵਾਂਗੇ ਐਵੇਂ ਕੰਢੀ ਵੱਜਣੇ। ਹੁਣ ਸਤਿਗੁਰੂ ਨੇ ਜੋ ਕੁਛ ਅੱਜ ਸਮਝਾਇਆ ਹੈ, ਅਸਲ ਵਿੱਚ ਉਹ ਗੁਰੂ ਸਾਹਿਬ ਜੀ ਕਹਿੰਦੇ ਨੇ ਭਾਈ ਕਿਸੇ ਹੋਰ ਨੇ ਨਹੀਂ। ਉਹ ਗੁਣ ਨੇ ਜਿਹੜੇ ਗੁਣ ਤੂੰ ਆਪਣੇ ਜੀਵਨ ਅੰਦਰ ਧਾਰਨ ਕਰੇਗਾ, ਆਪਣੇ ਅੰਦਰੋਂ ਇਸ ਲੱਗੇ ਹੋਏ ਜੰਗਲ ਨੂੰ ਸਾਫ਼ ਕਰੇਗਾ। ਇਹਦੇ ਵਾਸਤੇ ਮਾਲੀ ਚਾਹੀਦਾ ਹੈ, ਔਰ ਮਾਲੀ ਸੱਜਣ ਮਿੱਤਰ
कोई जन जिहड़ा क्या है वो गुरु तो बिना होर कोई नहीं हो सकता, क्योंकि गुरु ने माली बन के तेरे अंदर दे जंगल नूं साफ करने का तरीका दसना, करना तेनों आप ही पैना है। गुरु ने तो केवल समझाना है, अगे समझ के अंदर साफ कर लेगा तो विछड़िया हुआ मिल जाएगा, क्योंकि वाधू के अंदरों बूटे खत्म होणगे तो नज़र आएगा। हुण वो बूटे किहड़े ने कि जिहड़े बूटे सजा दिए, वाधू के बूटे कट दिए तो जंगल बगीचा बनता है। असल में उन्होंने विच बूटे जिहड़े अंदर लाने ने किहड़े ने, सत, संतोख, दया, धर्म, धीरज, इन्हां बूटियां नूं थां थां ही लाउणा है। अंदर जिहड़ियां झाड़ियां ने, जिहड़े वाधू के बूटे ने, काम, क्रोध, लोभ, मोह, अहंकार, इन्हां नूं थां थां ही रखना है, क्योंकि सारे पंजे ने ये कह दे कि ये विकार भी ने, औगण भी ने, चोर भी भावें क्या, पर रहना इन्होंने अंदर ही है। बस इन्हों थां थां जे टिका दिता जाए तो ये सोहना बगीचा बनेगा। हुण गुरु साहब जी कहते हैं जो बगीचा बन जाए तो फिर बदों बदी मन खुश होता है, फिर उनके विच कोई गवाचता भी नहीं। हुण ये नहीं कहा जा सकता कि कल कि शायद परसों कई बार बचन भी किए, बेनती की कि वे आप रब नूं लभण चले हाँ, रब कोई गवाचा है। और जो सतगुरू दे बाणी फिर गौर दे नाल विचारीए कि रब गवाचा है तो बंदा तां ही लभदा है। ये नहीं कहा जा सकता कि रब नहीं गवाचिया, तो ये भी नहीं कहा जा सकता कि रब किते बाहर है भी अंदर, भी अंदर ही हो के फिर वो गवाच किवें गया। हुण सतगुरू जी दा पावन बचन आप पढ़ते जरूर हाँ कि जे रब अंदर है, अंदर हो के वो गवाचिया किवें, उन्होंने लभना किवें है। हुण सतगुरू जी ने पावन बचन कह के कई बारी इक्को घर दे विच दो जी रहिंदे ने, वो भैण भरा होण, पति पत्नी होण, वो माँ प्यो होण, इक्को घर दे विच रह के कदे आपस विच बोले ना हो, तो फिर वो घर विच है नहीं या नहीं है, फिर वो कट्ठे ने कि जां अड्डो अड्ड ने, समझ पैंदी कोई। हुण गुरु साहब ने जिहड़ी अज किरपा करके सानू समझाया है, कहते एक तो सच, दया, धर्म, ये जिहड़े अंदर बगीचे लग जाण, तो दूसरा वचन क्या कि जे तू मिलना है तो घर दे विच, पर तू खोज। ये तो कहते कहा जाता सी कि सिर वट के दे दिया। हुण अगे गुरु साहब ने तरीका समझाया किवें मिलिया जाए। कहते मन तन निर्मल करत के आरो, हर सिंचै सुधा संजोर, कि अपने मन नूं अंदरों वाधू के घाह बूटे, काम, क्रोध आदि वाले कढ़ के इन्हों निर्मल क्यारा बना, सोहनी बगीची बना। मन तन निर्मल करत के आरो, हर सिंचै सुधा संजोर, ते सोहणे ढंग दे नाल ये जिहड़ा पानी पाउणा, गुणा रूपी पानी पाउणा, सोहणे ढंग दे नाल इहनूं सिंज, अंदरों अमृत संचार होवेगा। वो रब जिहड़ा जिन्हों तू लभण चलिया ना, किते दूर नहीं। गुरु साहब ने तो पावन बचन कहे ने, रब विछड़ जाए, ये तो बड़ा वड्डा दुख है। दुख विछोड़ा गुरु साहब जी कहते हैं ना, सब तो वड्डा दुख विछोड़ा है। और सतगुरु जी कहते हैं रब विछड़ जाए, ये तो बड़ा वड्डा दुख है कि रब नालों मैं विछड़ गया, मैं तो सुन के दुखी हो जाना, तो जे विछड़ जाऊँ, विछड़ के तो मारी जावां। सतगुरु जी का पावन बचन है, कहते विछोड़ा सुने दुख, विछोड़े का तो जो ना ही सुनी तो उदों दुखी हो जाता है। पर कहते बिन डिठे मरियोंद, जे रब जी तेनों नहीं वेखदा तो फिर तो मौत पैंदी है, अंदर आत्मिक मौत होंदी है। और इनू धन गुरु नानक साहब जी कहते ने, अखां जीवां विसरै मर जाऊं। हुण कहते बाज प्यारे अपने बिरहे ना तेरी होंद, पर जेड़ा विछड़ गया है, जेड़ा अंदरों ही गवाचा है ते अंदर,
ਉਸ ਬਿਰਹੇ ਨੂੰ, ਵਿਛੜੇ ਹੋਏ ਨੂੰ ਧੀਰਜ ਕਿਵੇਂ ਆਵੇ, ਉਹ ਕਿਵੇਂ ਮਿਲੇ। ਹੁਣ ਇੱਥੇ ਗੁਰੂ ਸਾਹਿਬ ਨੂੰ ਮਿਲਣ ਦਾ ਤਰੀਕਾ ਸਮਝਾਇਆ ਹੈ ਕਿ ਬਸ ਅੰਦਰ ਨੂੰ ਅੰਦਰ ਇਹ ਜਿਹੜੇ ਕਾਮ ਕ੍ਰੋਧ ਆਦਿਕ ਜਿਹੜੇ ਵਾਧੂ ਦੀਆਂ ਜੜੀਆਂ ਬੂਟੀਆਂ ਨੇ, ਜਿਹੜੇ ਵਿਸ਼ੇ ਵਿਕਾਰ ਨੇ, ਇਹਨਾਂ ਨੂੰ ਝਾੜੀਆਂ ਨੂੰ ਖਤਮ ਕਰਕੇ ਅੰਦਰ ਨਿਰਮਲ ਕਿਆਰਾ ਬਣਾ। ਯਾ ਰਸ ਮੈਂ ਮਗਨ ਹੋਤ ਕਿਰਪਾ ਤੇ ਮਹਾ ਵਿਖਿਆ ਤੇ ਦੂਰ। ਇਹ ਜਿਹੜੀਆਂ ਮਹਾ ਵਿਖਿਆ ਦੇ ਮਹਾ ਜ਼ਹਿਰ ਦੇ ਅੰਦਰ ਝਾੜੀਆਂ ਨੇ ਵੱਡੀਆਂ ਵੱਡੀਆਂ, ਇਹਨਾਂ ਨੂੰ ਕੱਢ ਕੇ ਪਰਾਂ ਮਾਰ। ਇਵੇਂ ਦਾ ਰਸ ਆਏਗਾ, ਉਸ ਰਸ ਦੇ ਵਿੱਚ ਇੰਨਾ ਮਗਨ ਹੋ ਜਾਏਗਾ ਕਿ ਫਿਰ ਉਸ ਰਸ ਬਾਰੇ ਕਿਹਾ ਨਹੀਂ ਜਾ ਸਕਦਾ। ਹੁਣ ਗੁਰੂ ਸਾਹਿਬ ਨੇ ਖੇਤੇ ਜਿਹੜੀ ਬੇਨਤੀ ਕੀਤੀ, ਦੇਖੋ ਪਹਿਲੇ ਰਹਾਉ ਦੀਆਂ ਪੰਕਤੀਆਂ ਵਿੱਚ ਕਹਿੰਦੇ ਇਹ ਕਿਹਾ ਜਾਂਦਾ ਸੀ ਕਿ ਕੋਈ ਮਿਲਾਦ ਹੋਵੇ। ਆਮ ਜੇ ਗੱਲ ਸੀ, ਜਦੋਂ ਆਮ ਗੱਲ ਹੋਵੇ ਫਿਰ ਬੰਦਾ ਧਿਆਨ ਨਹੀਂ ਦਿੰਦਾ। ਔਰ ਦੂਸਰੇ ਪਦੇ ਵਿੱਚ ਗੁਰੂ ਸਾਹਿਬ ਜੀ ਜਿਹੜਾ ਪਹਿਲਾ ਪਦਾ ਹੈ ਰਹਾਉ ਦੀਆਂ ਪੰਕਤੀਆਂ ਤੋਂ ਬਾਅਦ, ਕਹਿੰਦੇ ਜੇ ਮਿਲਣਾ ਤਾਂ ਪਈਏ ਕੰਮ ਕਰ, ਕਿਸੇ ਨੂੰ ਥੋੜ੍ਹੀ ਮਿਲਾਉਣਾ ਹੈ, ਕਰਨਾ ਤੈਨੂੰ ਆਪ ਹੀ ਪੈਣਾ ਹੈ। ਹੁਣ ਅਖੀਰ ਤੇ ਫਿਰ ਬੇਨਤੀ ਰੂਪ ਦੇ ਵਿੱਚ ਕਹਿੰਦੇ ਨੇ ਕਿ ਆਇਓ ਸ਼ਰਨ ਦੇਣ ਦੁਖ ਭੰਜਨ, ਚਿਤੋਂ ਤੁਮਰੇ ਔਰ। ਕਹਿੰਦੇ ਦਿਨਾਂ ਦੇ ਦੁੱਖ ਦੂਰ ਕਰਨ ਵਾਲੇ ਰੱਬ ਜੀ, ਸਤਿਗੁਰੂ ਜੀ ਤੁਹਾਡੀ ਸ਼ਰਨ ਵਿੱਚ ਆਇਆ। ਚਿੱਤ ਜਿਹੜਾ ਹੈ ਤੁਹਾਡੇ ਚਰਨਾਂ ਵਿੱਚ ਹਰ ਵੇਲੇ ਲੱਗਿਆ ਹੋਇਆ ਹੈ। ਹੁਣ ਸਾਡੇ 'ਤੇ ਕਿਰਪਾ ਕਰੋ। ਤੇ ਆਇਆ ਕੀ ਲੈਣਾ ਹੈ, ਕਿਰਪਾ ਕੀ ਚਾਹੁੰਦਾ, ਮੰਗਣਾ ਕੀ ਹੈ। ਇੱਥੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਕਿ ਤਿੰਨ ਚੀਜ਼ਾਂ ਨੇ ਜਿਹੜਾ ਮੰਗਣ ਆਇਆ। ਅਪੈ ਪਦ ਦਾਨ ਸਿਮਰਨ ਸੁਆਮੀ ਕੋ, ਪ੍ਰਭ ਨਾਨਕ ਬੰਧਨ ਛੋਰ। ਸਤਿਗੁਰੂ ਧੰਨ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਕਿ ਹੇ ਸਤਿਗੁਰੂ ਜੀ, ਰੱਬ ਜੀ ਤੂੰ ਤੇ ਬੰਦਰਾਂ ਨੂੰ ਕੱਟਣ ਵਾਲਾ ਹੈ, ਤੇਰੀ ਸ਼ਰਨ ਵਿੱਚ ਆਇਆ। ਔਰ ਇਹ ਜਿਹੜੀਆਂ ਤਿੰਨ ਚੀਜ਼ਾਂ ਮੰਗੀਆਂ ਨੇ, ਬਸ ਇਹ ਤਿੰਨ ਚੀਜ਼ਾਂ ਅਸੀਂ ਮੰਗਣੀਆਂ ਵੀ ਨੇ। ਔਰ ਇਹ ਤਿੰਨ ਚੀਜ਼ਾਂ ਆਪਣੇ ਅੰਦਰ ਝਾਤ ਵੀ ਮਾਰਨੀ ਕਿ ਸਾਡੇ ਅੰਦਰ ਹੈ ਵੀ ਕਿ ਨਹੀਂ। ਜੇ ਇਹ ਸਾਡੇ ਕੋਲ ਤਿੰਨ ਨਹੀਂ ਤੇ ਇਹਦਾ ਮਤਲਬ ਅਸੀਂ ਵਿਛੜੇ ਹੋਏ ਆ। ਤੇ ਵਿਛੜਿਆ ਹੋਏ ਨੂੰ ਗੁਰੂ ਸਾਹਿਬ ਜੀ ਕਹਿੰਦੇ ਨੇ ਫਿਰ ਧੀਰਜ ਕਿੱਥੇ ਹੁੰਦਾ ਹੈ। ਸਤਿਗੁਰੂ ਦੇ ਵਿਛੋੜੇ ਦੇ ਬਾਬਤ ਬਚਨ ਭਾਵੇਂ ਬੇਨਤੀ ਨੇ, ਵਿਸਾਖ ਧੀਰਨ ਕੋ ਵਾਢੀਆਂ ਜਿਨ੍ਹਾਂ ਪ੍ਰੇਮ ਵਿਛੋ। ਕਿਉਂਕਿ ਵਿਛੜ ਕੇ ਅੰਦਰ ਕਾਲ ਖਾਉਂਦੇ ਵਿਛੋੜਾ ਹੈ। ਹੁਣ ਇਹ ਤਿੰਨ ਗੱਲਾਂ ਕਿਹੜੀਆਂ ਨੇ? ਅਪੈ ਪਦ ਦਾਨ ਸਿਮਰਨ ਸੁਆਮੀ ਕੋ। ਤੁਹਾਡੀ ਸ਼ਰਨ ਵਿੱਚ ਆਇਆ ਤੇ ਤਿੰਨ ਚੀਜ਼ਾਂ ਲੈਣ ਵਾਸਤੇ ਆਇਆ। ਹੁਣ ਕਿਹਦੇ ਕੋਲ ਆਇਆ ਜੀ? ਜਿਹੜਾ ਮੇਰਾ ਗੁਰੂ ਆਪ ਅਪੈ ਹੈ, ਅਪੈ ਪਦ ਵੀ ਲੈਣ ਆਇਆ। ਪੂਰੇ ਸੀ ਮੂਲ ਮੰਤਰ ਕਹਿੰਦੇ ਪੜ੍ਹਦੇ ਰੋਜ਼ ਹੀ। ਨਿਰਭਉ। ਨਿਰਭਉ ਕੌਣ ਹੈ ਜੀ? ਨਿਰਭਉ ਪਰਮੇਸ਼ਰ ਹੈ। ਔਰ ਗੁਰੂ ਸਾਹਿਬ ਜੀ ਕਹਿੰਦੇ ਨੇ ਜਿੰਨੇ ਨਿਰਭਉ ਨੂੰ ਜਪਿਆ ਹੈ ਤੇ ਸੱਚ ਜਾਣੋ, ਫਿਰ ਜੇ ਉਹਦੇ ਅੰਦਰ ਵੀ ਕੋਈ ਭੈ ਰਹਿ ਜਾਵੇ, ਇਹਦਾ ਮਤਲਬ ਉਹਨੂੰ ਜਪਣਾ ਹੀ ਨਹੀਂ ਆਇਆ। ਪੜ੍ਹਦੇ ਸੀ ਰੋਜ਼ ਹੀ ਹਾਂ ਕਿ ਜਿਨ ਨਿਰਭਉ ਧਿਆਇਆ ਜੀ, ਜਿਨ੍ਹਾਂ ਨੇ ਮੇਰੇ ਉਸ ਨਿਰਭਉ ਪਰਮੇਸ਼ਰ ਨੂੰ ਧਿਆਇਆ ਹੈ। ਜਿਨ ਨਿਰਭਉ ਧਿਆਇਆ ਮੇਰਾ ਹਰ ਜੀ। ਤੇ ਜਿਹਨੇ ਧਿਆਇਆ ਉਹਨਾਂ ਨੂੰ ਕੀ ਮਿਲਿਆ ਜੀ? ਕਹਿੰਦੇ ਤਿਨਕਾ ਭਉ ਸਭ ਗੁਵਾਸੀ। ਆ ਭੈ ਦਾ ਅਰਥ ਨਿਰਭਉ ਹੈ ਨਾ, ਉਹਨਾਂ ਦੇ ਸਾਰੇ ਭੈ ਗੁਰੂ ਨੇ ਦੂਰ ਕਰ ਦਿੱਤੇ। ਔਰ ਸਤਿਗੁਰੂ ਜੀ ਨੇ ਕਿਰਪਾ ਕੀਤੀ। ਨਿਰਭਉ ਨੂੰ ਜਪਣ ਵਾਲਾ ਆਪ ਨਿਰਭਉ ਹੁੰਦਾ ਹੈ। ਕਿਉਂਕਿ ਜਿੰਦੇ ਸ਼ਰਨ ਵਿੱਚ ਜਾਣਾ ਹੈ, ਮਤਲਬ ਜਿੰਦੇ ਘਰ ਵਿੱਚ ਜਾਣਾ ਹੈ, ਉਹਦਾ ਘਰ ਹੀ ਉਹ ਹੈ ਕਿ ਇੱਥੇ ਭੈ ਆ ਹੀ ਨਹੀਂ ਸਕਦਾ। ਤੇ ਜੇ ਆਪਾਂ ਭੈ ਨਾਲ ਲੈ ਕੇ ਜਾਈਏ ਉਸ ਗੁਰੂ ਦੇ ਘਰ ਵਿੱਚ, ਤੇ ਫਿਰ ਗੁਰੂ ਸਾਨੂੰ ਘਰ ਵੜਨ ਦੇਗਾ ਜੀ। ਕਿਉਂਕਿ ਉਹ ਤਾਂ ਨਿਰਭਉ ਦਾ ਘਰ ਹੈ, ਇੱਥੇ ਭੈ ਆ ਹੀ ਨਹੀਂ ਸਕਦਾ। ਪਰ ਅਸੀਂ ਕਹਿੰਦੇ ਸਾਡਾ ਭੈ ਜਾ ਹੀ ਨਹੀਂ ਸਕਦਾ। ਤੇ ਜੇ ਭੈ ਨਹੀਂ ਜਾ ਸਕਦਾ ਤੇ ਫਿਰ ਨਿਰਭਉ ਦੇ ਘਰ ਤੋਂ ਪਹੁੰਚੇਗਾ। ਨਿਰਭਉ ਤੇ ਉਹ ਤੇ ਸ਼ਰਤ ਹੀ ਹੁੰਦੀ ਹੈ ਕਿ ਇੱਥੇ ਭੈ ਆ ਹੀ ਨਹੀਂ ਸਕਦਾ। ਔਰ ਗੁਰੂ ਸਾਹਿਬ ਨੇ ਪਾਵਨ ਬਚਨ ਕਹੇ ਨੇ
कहते निरभौ जपै सगल भौ मिटै। जे तो सचमुच निरभौ नूं जपिया तो गुरु साहब जी कहते सारे भै मिट जाते हैं, खत्म हो ही जाते हैं। और वो फिर केवल ये नहीं कि निरभौ हो गया, किसी को डरता नहीं। धन गुरु तेग बहादुर साहब जी ने तो बचन कहे ने, जेड़ा निरभौ हो जाता डरदा तो किसी तो नहीं, पर वो जने खने नूं डराउंदा भी कोई नहीं। ये नहीं कि खालसा जी आ गया कड्डी किरपान ते जिन्हों मर्जी सौदा ला दिता कि देखो साडा डर। और धन गुरु तेग बहादुर साहब जी तो पावन वचन आप पढ़ते हैं ना जी, कि भै काहू को देत नह भै मान त्यान। पदवी अभै दी लैना है गुरु तो, पर सानू गुरु के नाम से डराया जाता है। इन्ना डराया जाता कि सवेरे सवेरे एक बारी बहस भी हो गई सी, वो सिंह जिहड़ा सी वो सेवा करों भी हट गया। शाम को तो करा दिंदा, सवेरे हजे भी डरता है कि नहीं तू रुमाले नूं हथ नहीं ला सकता, भावें अमृत छकिया तां भी नहीं ला सकता। कहंदा तैनूं किहड़ा पाठ पढ़ना आउंदा है, तू किहड़ा ज्ञानी है। जेड़ा गुरु निरभौ किसी को डराउंदा नहीं, उस गुरु के नाम से सानू डराया जाता है। ये आम ही शब्द कहा जाता ना, गुरु तो डर। भी गुरु डराउंदा है तो जे गुरु डराउंदा तो असीं निरभौ कित्थों हो जाएंगे। हुण सतगुरू के बचन ने, धन गुरु तेग बहादुर साहब जी कहते हैं वो भै दिंदा ही नहीं किसी को, ना डरदा है ना डराउंदा है, पर सानू गुरु के नाम से डराया गया। और इन्ना को डराया गया शायद बाणी के नेड़े असीं तां ही नहीं लगे। सतगुरु नूं बंदे छोड़ कहा जाता गुरु छेवें पातशाह नूं जी, कि 52 राजियां नूं ग्वालियर के किले विचों रिहा किया, वो बंदी छोड़ ने। और उस गुरु बंदे छोड़ के नाम से अकाल तख्त साहब बनया हुआ है। हुण खिमा करना उत्थों ही इन्ना डराया जाता कि भाई तुसीं ये काम नहीं कर सकते, तुसीं सच ते बोल ही नहीं सकते। हुण गुरु के नाम से इन्ना डराया जाता कि तेनों नहीं इजाजत, तेनों पंथ विचों कढ़ दिता, तेनों पंथ विच वापस ले आंदा। कि गुरु डराउंदा है, तो जे गुरु डराउंदा फिर गुरु की बाणी की कहती है कि तू तो निरभौ होना है। पहली गल असीं वहमां भरमां तो ही निरभौ नहीं हुए, तो जे माड़ा मोटा कोई होने का यतन करता है फिर वो जिहड़ा निरभौ गुरु है उस गुरु के नाम से सानू डराया जाता। देखो बंदा डरता किंदे तो है, दुश्मन तो डरता है। सुभाविक है दुश्मन होवे तो डर लगता ही है। बंदा डरता चोर तो, डाकू तो, पर हुण तो अपने तो डरन लग गया कि जे कोई गल इवें दी बोल दिते, धर्म के जिहड़े ठेकेदार ने वो तो हुण सीधी गोली मारते हैं, क्योंकि उन्होंने को विचारधारा तो कोई रही नहीं। उन्होंने तो डरा ही ना पाया कि गोली मारो तो काम खत्म करो। हुण सतगुरु जी आप निरभौ ने जिहड़े गुरु तो पदवी लैन आए हैं, और बाबा कबीर जी ने पावन बचन सदियों पहलों कह दिते सन कि धर्म के नाम से, धर्म ने तो मुक्त करना सी, ते धर्म के नाम से सानू एडियां दी वड्डियां जंजीरां पा दित्तियां, कोई बन के रख लिया कि तुसीं ये नहीं कर सकते, और खास करके साडी मर्जी तो बिना तो बिल्कुल ही नहीं कर सकते। उस नूं बाबा कबीर जी ने पावन बचन कहे सन कि बेत के पुत्रे सिमरत भाई, सकल जेवरे लह आई। ये मनु सिमरती का खास करके उत्थे जिक्र किया। ये तो जंजीरां लैके आ गई, धर्म दीयां जंजीरां लैके सानू धर्म दे विच बन्नण आ गई। पर बाबा कबीर जी क्योंकि निरभौ नूं जपण वाले सन, वो निरभौ सन, उन्होंने कह दिता कि पंडित जी जे ये गल है ना, तो पंडित मुला जो लिख दिया, छाड़ चले हम कछू न लिया।
ਅਸੀਂ ਤੁਹਾਡੇ ਕੋਈ ਗੱਲ ਮੰਨਦੇ ਹੀ ਨਹੀਂ, ਭਾਵੇਂ ਕਿਸੇ ਨੇ ਲਿਖੀ ਹੈ ਤੇ ਭਾਵੇਂ ਨਹੀਂ ਲਿਖੀ। ਤੇ ਜੇ ਅਸੀਂ ਮੰਨਦੇ ਹੀ ਨਹੀਂ, ਫਿਰ ਤੁਹਾਡੇ ਨਾਲ ਝਗੜਾ ਕੀ ਹੈ? ਹੁਣ ਗੁਰੂ ਤੋਂ ਪਦਵੀ ਲੈਣ ਆਇਆ ਨਿਰਭਉ ਤੋਂ, ਗੁਰੂ ਆਪ ਕਿਸੇ ਨੂੰ ਭੈ ਨਹੀਂ ਦਿੰਦਾ, ਉਹ ਆਪ ਨਿਰਭਉ ਹੈ, ਕਿਸੇ ਤੋਂ ਡਰਦਾ ਵੀ ਨਹੀਂ। ਤੇ ਗੁਰੂ ਕੇ ਸਿੱਖਾਂ ਨਿਰਭਉ ਤੂੰ ਹੋਣਾ ਜਿਹੜੀ ਸੱਚ ਦੀ ਗੱਲ ਹੈ ਨਾ, ਜੇ ਤੇ ਤੂੰ ਉਹ ਨਿਰਭਉ ਹੋ ਕੇ ਕਹਿ ਸਕਣਾ ਦਾ ਮਤਲਬ ਤੂੰ ਨਿਰਭਉ ਤੋਂ ਪਦਵੀ ਲੈ ਲਈ, ਨਿਰਭਉ ਹੋ ਗਿਆ ਹੈ। ਪਰ ਜੇ ਕਿਤੇ ਨਾ ਕਿਤੇ ਬਚਾਅ ਕਰਨਾ ਪੈਂਦਾ ਹੈ, ਇਹਦਾ ਮਤਲਬ ਤੂੰ ਕੇਵਲ ਕਿਹਾ ਹੀ ਕਿਹਾ ਹੈ, ਜ਼ਬਾਨ ਨਾਲ ਹੀ ਕਿਹਾ, ਜਪੀ ਹੀ ਹੈ, ਨਿਰਭਉ ਹੋਇਆ ਨਹੀਂ। ਨਿਰਭਉ ਪਦ ਦੂਜਾ ਦਾਨ, ਸਾਨੂੰ ਦਾਨ ਲੈਣਾ ਹੁੰਦਾ ਹੈ ਪਰ ਦਾਨ ਕਰਨਾ ਨਹੀਂ। ਜੇ ਗੁਰੂ ਦਾਤਾ ਹੈ ਤੇ ਗੁਰੂ ਕੇ ਸਿੱਖ ਨੇ ਵੀ ਤੇ ਦਾਤਾ ਬਣਨਾ ਹੈ। ਜੋ ਗੁਰੂ ਉਪਦੇਸ਼ ਦਿੰਦਾ ਹੈ, ਜੋ ਗੁਰੂ ਆਪ ਕਰਦਾ, ਗੁਰੂ ਕੇ ਸਿੱਖ ਨੇ ਉਹੀ ਤਾਂ ਕੁਛ ਕਰਨਾ ਹੈ। ਹੁਣ ਦਾਤਾ ਭਾਵੇਂ ਬਿਲਕੁਲ ਇੱਕੋ ਹੀ ਦਾਤਾ ਹੈ, ਪਰ ਇੱਕੋ ਦਾਤੇ ਦੇ ਅਸੀਂ ਸਿੱਖ ਹਾਂ। ਦਾਨ ਤੇ ਕਰਨ ਦੀ ਆਦਤ ਸੁਭਾਅ ਸਾਡਾ ਹੋਣਾ ਚਾਹੀਦਾ ਸੀ, ਪਰ ਅਸੀਂ ਤਾਂ ਵੱਡੇ ਵੱਡੇ ਡੇਰੇ ਬਣਾ ਲਏ ਔਰ ਗੁਰੂ ਦੇ ਨਾਂ 'ਤੇ ਡਰ ਪਾ ਕੇ ਦਾਨ ਲੈਣਾ ਸ਼ੁਰੂ ਕਰ ਦਿੱਤਾ ਕਿ ਤੁਸੀਂ ਆਓ ਸਾਨੂੰ ਦੇ ਜਾਓ, ਸਾਨੂੰ ਕੁਝ ਨਹੀਂ ਕਹਿੰਦਾ। ਆ ਭੈ ਪਦ, ਦਾਨ ਤੇ ਤੀਜਾ ਸਿਮਰਨ। ਕਹਿੰਦੇ ਤੁਹਾਡੀ ਸ਼ਰਨ ਵਿੱਚ ਆਇਆ ਸਤਿਗੁਰੂ, ਜੇ ਤਿੰਨੇ ਚੀਜ਼ਾਂ ਦੇ ਦਿਓ। ਔਰ ਜੇ ਤਿੰਨੇ ਚੀਜ਼ਾਂ ਸਾਡੇ ਕੋਲ ਨੇ, ਇਹਦਾ ਮਤਲਬ ਅਸੀਂ ਗੁਰੂ ਤੋਂ, ਰੱਬ ਤੋਂ, ਪਰਮੇਸ਼ਰ ਤੋਂ ਬਿਲਕੁਲ ਨਹੀਂ ਵਿਛੜੇ। ਤੇ ਜੇ ਤਿੰਨੇ ਚੀਜ਼ਾਂ ਸਾਡੇ ਕੋਲ ਨਹੀਂ, ਇਹਦਾ ਮਤਲਬ ਅਸੀਂ ਮਿਲੇ ਕੋਈ ਨਹੀਂ। ਹੁਣ ਹੈ ਤੇ ਇੱਕੋ ਹੀ ਘਰ ਦੇ ਵਿੱਚ ਰਹਿ ਕੇ, ਪਰ ਕਦੇ ਪਤਾ ਹੀ ਨਹੀਂ ਲੱਗਿਆ ਕਿ ਦੂਜੇ ਨਾਲ ਗੱਲ ਕੀਤੀ ਹੋਣੀ। ਹੁਣ ਇੱਥੇ ਸਤਿਗੁਰੂ ਨੇ ਕਿਰਪਾ ਕਰਕੇ ਸਾਨੂੰ ਸਮਝਾਇਆ ਹੈ ਕਿ ਭਈ ਜੇ ਤੂੰ ਮਿਲਣਾ ਚਾਹੁੰਦਾ ਹੈ, ਆਪਣੇ ਅੰਦਰ ਦੇ ਵਹਿਮ ਭਰਮ ਡਰ ਹਰ ਤਰ੍ਹਾਂ ਦੇ ਗੁਰੂ ਦੀ ਸ਼ਰਨ ਵਿੱਚ ਆ ਕੇ ਇਹਨੂੰ ਦੂਰ ਕਰ। ਤੇ ਜੇ ਡਰ ਭਰਮ ਲੈ ਕੇ ਆਵੇਂਗਾ, ਇਸ ਘਰ ਵਿੱਚ ਭਰਮਾਂ ਨੂੰ ਤੇ ਡਰ ਨੂੰ ਥਾਂ ਕੋਈ ਨਹੀਂ। ਆ ਭੈ ਪਦ, ਦਾਨ ਸਿਮਰਨ ਸੁਆਮੀ ਕੋ, ਪ੍ਰਭ ਨਾਨਕ ਬੰਧਨ ਸ਼ੋਰ। ਪ੍ਰਭੂ ਪਰਮੇਸ਼ਰ ਬੰਧਨਾਂ ਨੂੰ ਕੱਟਣ ਵਾਲਾ ਹੈ, ਤੇ ਤੂੰ ਆਪਣੇ ਬੰਧਨ ਆਪ ਹੀ ਪਾ ਕੇ ਬੈਠਾ ਹੈ। ਭਈ ਉਹ ਤੇਰੇ ਅੰਦਰ ਹੈ। ਸਤਿਗੁਰੂ ਜੀ ਬਾਰ-ਬਾਰ ਕਹਿੰਦੇ ਨੇ, ਭਾਈ ਬੰਦੇ ਖੋਜ ਦਿਲ ਹਰ ਰੋਜ਼, ਨਾ ਪਰੇਸ਼ਾਨੀ ਮਾਹੀ। ਇਹ ਖੋਜ ਤੈਨੂੰ ਆਪਣੇ ਅੰਦਰੋਂ ਆਪ ਹੀ ਕਰਨੀ ਪੈਣੀ ਹੈ। ਇਹ ਵਹਿਮਾਂ ਭਰਮਾਂ ਦੀਆਂ ਅੰਦਰ ਝਾੜੀਆਂ ਜਿਹੜੀਆਂ ਨੇ ਕੱਢ ਕੇ ਬਾਹਰ ਸੁੱਟਣੀਆਂ ਪੈਣੀਆਂ ਨੇ। ਇਹ ਸਤ ਸੰਤੋਖ ਦਇਆ ਧਰਮ ਦੇ ਜਿਹੜੇ ਬੂਟੇ ਨੇ, ਹੈ ਤੇਰੇ ਅੰਦਰ ਹੀ। ਬਸ ਇਹਨਾਂ ਨੂੰ ਥਾਂ ਥਾਂ ਟਿਕਾਉਣਾ ਪੈਣਾ ਹੈ। ਅੰਦਰ ਸੋਹਣਾ ਹੋਏਗਾ, ਅੰਦਰ ਮਨ ਲੱਗੇਗਾ, ਮਨ ਟਿਕੇਗਾ ਤੇ ਸਾਂਝ ਬਣੇਗੀ। ਸਤਿਗੁਰੂ ਜੀ ਕਿਰਪਾ ਕਰਨ। ਹੋਈਆਂ ਭੁੱਲਾਂ ਦੀ ਖਿਮਾ। ਆਓ 1-2 ਮਿੰਟ ਹੋਰ ਰਸਨਾ ਦੇ ਨਾਲ ਹਾਜ਼ਰੀ ਲਵਾਈਏ, ਫਿਰ ਸਮਾਪਤੀ ਹੈ ਜੀ। ਵਾਹਿਗੁਰੂ।